Good morning, students. Well, myself is Simrandeep Singh, and I'm working as a mathematics teacher in Government Smart High School, Nankala, District Patiala. So, beta, आज ਅਸੀਂ ਕਰਾਂਗੇ class 7th ਦਾ chapter number 13 ਘਾਤ ਅਤੇ ਘਾਤਕ। ਇਸ ਦੀ ਅੱਜ ਅਸੀਂ second exercise ਮਤਲਬ exercise 13.2 ਦੇ ਕੁਐਸਚਨ ਕਰਨੇ ਆ। ਬਟ ਉਹਨਾਂ ਕੁਐਸਚਨਸ ਤੇ ਆਉਣ ਤੋਂ ਪਹਿਲਾਂ ਅਸੀਂ ਜੋ ਪਿਛਲੇ ਲੈਕਚਰਸ ਦੇ ਵਿੱਚ ਪੜਿਆ ਹੋਇਆ ਹੈ ਉਸ ਨੂੰ ਆਪਾਂ ਥੋੜਾ ਜਿਹਾ ਰਿਵਾਈਜ਼ ਕਰ ਲਈਏ। ਮੈਂ ਕੁਝ ਫਾਰਮੂਲਾਜ਼ ਲਿਖ ਰਿਹਾ ਜੋ ਆਪਾਂ ਨੂੰ ਇਹਨਾਂ ਕੁਐਸਚਨਸ ਨੂੰ ਸੋਲਵ ਕਰਨ ਦੇ ਵਿੱਚ ਕੰਮ ਆਣਗੇ ਔਰ ਇਹ ਫਾਰਮੂਲੇ ਅਸੀਂ ਪਹਿਲਾਂ ਤੋਂ ਕੀਤੇ ਹੋਏ ਨੇ। ਤਾਂ ਰੂਲਸ ਆਫ ਐਕਸਪੋਨੈਂਟਸ, ਰੂਲਸ ਕੀ ਹੈ? ਪਹਿਲਾ ਜਿਹੜਾ ਰੂਲ ਹੈ ਜੋ ਸਾਨੂੰ ਯਾਦ ਰੱਖਣ ਦੀ ਲੋੜ ਹੈ ਉਹ ਹੁੰਦਾ ਹੈ a ਦੀ ਪਾਵਰ m ਮਲਟੀਪਲਾਈ ਬਾਈ a ਦੀ ਪਾਵਰ n ਇਹ ਬਰਾਬਰ ਹੁੰਦਾ ਹੈ a ਦੀ ਪਾਵਰ m ਪਲਸ n। ਜੇਕਰ ਬੇਸ ਸੇਮ ਹੋਵੇ ਤਾਂ ਪਾਵਰਸ ਜਿਹੜੀਆਂ ਹੋ ਜਾਂਦੀਆਂ ਨੇ ਐਡ ਹੋ ਜਾਂਦੀਆਂ ਨੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦੇਣਾ, ਜਿਵੇਂ ਕਿ 3 ਦਾ ਸਕੁਆਇਰ ਮਲਟੀਪਲਾਈ ਬਾਈ 3 ਦੀ ਪਾਵਰ 5 ਤਾਂ ਇਹ ਕੀ ਬਣ ਜਾਏਗਾ? ਦੇਖੋ ਬੇਸ ਦੋਨਾਂ ਦਾ 3 ਹੈ, ਪਾਵਰਸ ਅਲੱਗ-ਅਲੱਗ ਹੈ। ਪਾਵਰ ਡਸਨਟ ਮੈਟਰ, ਪਾਵਰ ਸੇਮ ਵੀ ਹੋ ਸਕਦੀਆਂ ਨੇ। ਜੇਕਰ ਬੇਸ ਸੇਮ ਹੈ ਤਾਂ ਪਾਵਰਸ ਆਪਸ ਦੇ ਵਿੱਚ ਐਡ ਹੋ ਜਾਂਦੀਆਂ ਨੇ ਤਾਂ ਇਹ ਸਾਡਾ ਬਣ ਜਾਏਗਾ 3 ਦੀ ਪਾਵਰ 7। ਇਹ ਸਾਡਾ ਫਸਟ ਜੋ ਹੈ ਰੂਲ ਹੈ ਜੋ ਅਸੀਂ ਯਾਦ ਰੱਖਣਾ ਇਹਨਾਂ ਕੁਐਸਚਨਸ ਨੂੰ ਸੋਲਵ ਕਰਦੇ ਹੋਏ। ਸੈਕਿੰਡ ਜਿਹੜਾ ਰੂਲ ਹੈ ਜੋ ਅਸੀਂ ਯਾਦ ਰੱਖਣਾ ਹੈ ਉਹ ਹੈ a ਦੀ ਪਾਵਰ m ਅਪੋਨ a ਦੀ ਪਾਵਰ n। ਜੇਕਰ ਇਸ ਦਾ ਵੀ ਬੇਸ a ਹੈ ਔਰ ਇਸ ਦਾ ਵੀ ਬੇਸ a ਹੈ, ਸੇਮ ਬੇਸ ਹੈ, ਬਟ ਇਹ ਦੋਨੋਂ ਆਪਸ ਦੇ ਵਿੱਚ ਕੀ ਹੈ? ਡਿਵੀਜ਼ਨ ਦੇ ਵਿੱਚ ਹੈ, ਤਾਂ ਇਹ ਕੀ ਹੋਣਗੀਆਂ? ਪਾਵਰਸ ਮਾਈਨਸ ਹੋ ਜਾਣਗੀਆਂ। ਤਾਂ ਇਹ ਆ ਜਾਏਗਾ a ਦੀ ਪਾਵਰ m ਮਾਈਨਸ n। ਜਦੋਂ ਮਲਟੀਪਲਾਈ ਸੀ ਤਾਂ m ਪਲਸ n ਹੋ ਗਿਆ ਸੀ ਔਰ ਜਦੋਂ ਇਹ ਡਿਵੀਜ਼ਨ ਦੇ ਵਿੱਚ ਹੈ ਤਾਂ ਇਹ m ਮਾਈਨਸ n ਹੋ ਜਾਂਦਾ ਹੈ। ਜਿਵੇਂ ਕਿ ਐਗਜ਼ਾਮਪਲ ਤੁਹਾਨੂੰ ਮੈਂ ਦੇਣਾ 3 ਦੀ ਪਾਵਰ 7 ਡਿਵਾਈਡਡ ਬਾਈ 3 ਦੀ ਪਾਵਰ 4 ਇਹ ਬਣ ਜਾਏਗਾ 3 ਦੀ ਪਾਵਰ 7 ਮਾਈਨਸ 4। ਇਸ ਨੂੰ ਅਸੀਂ ਕਹਿੰਦੇ ਹਾਂ 3 ਦੀ ਪਾਵਰ 3। ਸੋ ਇਸ ਤਰ੍ਹਾਂ ਇਹ ਸਾਡਾ ਜੋ ਹੈ ਨੈਕਸਟ ਰੂਲ ਹੈ। ਇਸ ਤੋਂ ਅਗਲਾ ਜੋ ਅਸੀਂ ਰੂਲ ਯਾਦ ਰੱਖਣਾ ਹੈ ਉਹ ਹੈ ਪਾਵਰ ਦੀ ਪਾਵਰ। ਮਤਲਬ ਸਪੋਜ਼ a ਦੀ ਪਾਵਰ m ਹੈ ਔਰ ਇਸ ਦੀ ਪੂਰੇ ਦੀ ਪਾਵਰ n ਹੈ ਤਾਂ ਇਸ ਨੂੰ ਅਸੀਂ ਕੀ ਕਰਾਂਗੇ? ਇਹ ਪਾਵਰਸ ਆਪਸ ਦੇ ਵਿੱਚ ਮਲਟੀਪਲਾਈ ਹੋ ਜਾਂਦੀਆਂ ਨੇ। ਇਹ ਅਸੀਂ ਸਾਰਾ ਕੁਝ ਪਹਿਲਾਂ ਕੀਤਾ ਹੋਇਆ ਤਾਂ ਇਹ ਬਣ ਜਾਏਗਾ a ਦੀ ਪਾਵਰ m ਮਲਟੀਪਲਾਈ ਬਾਈ n ਜਾਂ a ਦੀ ਪਾਵਰ ਇਸ ਨੂੰ ਅਸੀਂ mn ਵੀ ਲਿਖ ਸਕਦੇ ਹਾਂ। ਸੋ ਫੋਰਥ ਜੋ ਆਪਣਾ ਰੂਲ ਹੈ ਜੋ ਅਸੀਂ ਯਾਦ ਰੱਖਣਾ ਹੈ ਉਹ ਇਹ ਹੈ ਕਿ ਜੇਕਰ a ਦੀ ਪਾਵਰ m ਹੈ ਔਰ b ਦੀ ਪਾਵਰ m ਹੈ, ਹੁਣ ਦੇਖੋ ਬੇਸ ਅਲੱਗ-ਅਲੱਗ ਹੋ ਗਏ। ਇਸ ਦਾ ਬੇਸ a ਹੈ ਔਰ ਇਸ ਦਾ ਬੇਸ b ਹੈ। ਬੇਸ ਅਲੱਗ-ਅਲੱਗ ਹੋ ਗਏ, ਪਾਵਰਸ ਸੇਮ ਹੈ। ਜੇਕਰ ਪਾਵਰਸ ਸੇਮ ਹੈ ਤਾਂ ਅਸੀਂ ਕੀ ਕਰਾਂਗੇ? ਬ੍ਰੈਕਟ ਤੇ ਤਾਂ ਪਾਵਰ ਸੇਮ ਹੀ ਰੱਖਾਂਗੇ m, ਬਟ ਆ ਜੋ ਚੀਜ਼ਾਂ ਥੱਲੇ ਨੇ ਬੇਸ ਨੇ ਜਿਹੜੇ ਇਹ ਕੀ ਕਰਨਗੇ? ਆਪਸ ਦੇ ਵਿੱਚ ਮਲਟੀਪਲਾਈ ਕਰ ਜਾਣਗੇ। ਤੁਹਾਨੂੰ ਮੈਂ ਐਗਜ਼ਾਮਪਲ ਦੇ ਕੇ ਸਮਝਾ ਦੇਣਾ, ਜਿਵੇਂ ਕਿ 2 ਦੀ ਪਾਵਰ 3 ਹੈ ਮਲਟੀਪਲਾਈ ਬਾਈ 3 ਦੀ ਪਾਵਰ 3 ਹੈ। ਦੇਖੋ ਬੇਸ ਤਾਂ ਭਾਵੇਂ ਅਲੱਗ-ਅਲੱਗ ਨੇ, ਪਾਵਰਸ ਸੇਮ ਨੇ। ਪਾਵਰਸ ਕੀ ਹੈ? ਸੇਮ ਹੈ। ਤਾਂ ਬ੍ਰੈਕਟ ਲਗਾਉਂਗਾ ਮੈਂ, ਪਾਵਰਸ ਉੱਪਰ ਆ ਜਾਣਗੀਆਂ, ਜੋ ਪਾਵਰ ਹੈ ਉਹ ਇੱਥੇ ਆ ਜਾਏਗੀ ਔਰ ਬ੍ਰੈਕਟਸ ਕੀ ਆਏਗਾ? 2 ਮਲਟੀਪਲਾਈ ਬਾਈ 3। ਤਾਂ ਮੈਂ ਇਸ ਨੂੰ 2 ਮਲਟੀਪਲਾਈ ਬਾਈ 3 ਵੀ ਲਿਖ ਸਕਦਾ ਜਾਂ ਮੈਂ ਇਸ ਨੂੰ 6 ਵੀ ਲਿਖ ਸਕਦਾ। ਇਹ ਸਾਡਾ ਹੈ ਰੂਲ ਨੰਬਰ 4th। ਐਂਡ ਇੱਕ ਜੋ ਅਸੀਂ ਯਾਦ ਰੱਖਣੀ ਹੈ ਚੀਜ਼ 5th ਨੰਬਰ ਤੇ ਉਹ ਇਹ ਹੈ ਕਿ ਕਿਸੇ ਵੀ ਚੀਜ਼ ਦੀ ਜੇਕਰ ਪਾਵਰ 0 ਹੈ ਤਾਂ ਉਹ ਆਨਸਰ 1 ਬਣ ਜਾਂਦਾ ਹੈ, ਉਹ 1 ਦੇ ਬਰਾਬਰ ਹੁੰਦੀ ਹੈ ਉਸ ਦੀ ਵੈਲਿਊ। ਜਿਵੇਂ ਕਿ ਮੈਂ ਤੁਹਾਨੂੰ ਸਮਝਾ ਦਿੰਦਾ, 2 ਦੀ ਪਾਵਰ 0 ਆਨਸਰ ਕੀ ਆਏਗਾ? 1। 5 ਦੀ ਪਾਵਰ 0 ਆਨਸਰ ਕੀ ਆਏਗਾ? 1। 1000 ਦੀ ਪਾਵਰ 0 ਆਨਸਰ ਕੀ ਆਏਗਾ? 1। ਤਾਂ ਕਿਸੇ ਵੀ ਬੇਸ ਦੀ ਜੇਕਰ ਪਾਵਰ 0 ਹੈ ਤਾਂ ਉਸ ਦੀ ਵੈਲਿਊ ਕਿਹਦੇ ਬਰਾਬਰ ਹੁੰਦੀ ਹੈ? 1 ਦੇ ਬਰਾਬਰ। ਸੋ ਇਹ 5 ਚੀਜ਼ਾਂ ਅਸੀਂ ਯਾਦ ਰੱਖਾਂਗੇ ਇਹਨਾਂ ਕੁਐਸਚਨਸ ਨੂੰ ਸੋਲਵ ਕਰਦੇ ਹੋਏ। ਇਹ ਮੈਂ ਸਾਈਡ ਤੇ ਲਿਖਤੀ ਆ, ਇਹ ਆਪਾਂ ਨੂੰ ਕੁਐਸਚਨ ਸੋਲਵ ਕਰਨ ਦੇ ਦੌਰਾਨ ਕੰਮ ਆਣਗੀਆਂ। ਸੋ ਆਪਣਾ ਕੁਐਸਚਨ ਹੈ ਐਕਸਰਸਾਈਜ਼ 13.2 ਦਾ, ਐਕਸਰਸਾਈਜ਼ ਹੈ ਆਪਣੀ 13.2 क्वेश्चन नंबर सेकंड
ਹੇਠ ਲਿਖਿਆ ਵਿੱਚੋਂ ਹਰੇਕ ਨੂੰ ਸਰਲ ਕਰਕੇ ਘਾਤ ਅੰਕੀ ਰੂਪ ਚ ਦਰਸਾਓ। ਮੈਂ क्वेश्चन लिख देना। क्वेश्चन है ਹੇਠ ਲਿਖਿਆ ਵਿੱਚੋਂ ਹਰੇਕ ਨੂੰ ਸਰਲ ਕਰਕੇ ਘਾਤ अंकी रूप च दर्शाओ। ये साडा क्वेश्चन है और ये की है साडे फॉर्मूले। इसनूं मैं साइड ते एक बॉक्स दे विच रख देना। इन्हां फॉर्मूलेस दी हेल्प नाल असी सोल्व करांगे और एंड ते पावर्स दे विच ही असी आंसर करना। उन्हें की किया घात अंकी रूप। घात अंकी रूप मतलब जेड़ा साडा आंसर आना चाहिए वो किस दे विच आना चाहिए इन द फॉर्म ऑफ पावर्स। पावर्स लगियां होनी चाहिए उसदे विच। तो पहली जेड़ी है क्वेश्चन सेकंड का फर्स्ट पार्ट 2 दी पावर 3। फर्स्ट पार्ट की है 2 दी पावर 3 मल्टीप्लाई बाय 3 दी पावर 4 मल्टीप्लाई बाय 4 डिवाइडेड बाय 3 into 32। 2 दी पावर 3 मल्टीप्लाई बाय 3 दी पावर 4 मल्टीप्लाई बाय 4 अपॉन 3 मल्टीप्लाई बाय 32। ये साडी है इक्वेशन जो आपां क्वेश्चन दिता होया। तो सब तो पहली चीज असी की करांगे जेड़े भी नंबर साडे कोले प्राइम्स नहीं हैगे उन्हां दे असी की करांगे फैक्टर्स बनावांगे। सब तो पहली चीज देखो जिवें 4 है, देखो 2 दी पावर 3 2 एक प्राइम नंबर है तो इसनूं सानूं हुणे छेड़न दी लोड़ नहीं। 3 भी एक प्राइम नंबर है, इस दी पावर 4 है, सानूं इसनूं छेड़न दी लोड़ नहीं। 4 नूं मैं लिख सकदा जेकर मैं 4 दे फैक्टर बनाना तो ये 2 ते भाग होया और इस तरह। तो 4 नूं मैं लिख सकदा 2 गुणा 2 या इसनूं मैं लिख सकदा 2 दी पावर 2। तो 4 दी थां ते मैं की लिख सकदा 2 दी पावर 2। ये की है किसी प्राइम नंबर दी पावर। हुण इसनूं मैं किस 4 नूं की च कन्वर्ट कर लिया एक अजिही संख्या जिसको ਅਸੀਂ ਕਹਿੰਦੇ ਆ कि अभाज्य संख्या उसनूं मैं पावर्स दे फॉर्म च कन्वर्ट कर लिया। तो मैं इसनूं लिख सकदा ये किस दे बराबर आ जाएगी, ये आएगी 2 दी पावर 3 मल्टीप्लाई बाय 3 दी पावर 4 मल्टीप्लाई बाय 4 दी थां ते मैं की लिखिया 2 दी पावर 2 डिवाइड करांगे इत्थे आएगा 3 क्योंकि 3 एक प्राइम नंबर है मल्टीप्लाई बाय हुण 32 दे प्राइम फैक्टर्स बनावांगे। प्राइम फैक्टर्स किवें बनणगे 32 दे उसे तरह ही 32 2 ते डिवाइड होएगा ते आएगा 16 देन फिर 2 ते डिवाइड होएगा ये आएगा 8 फिर 2 ते डिवाइड होएगा ये आएगा 4 नूं 2 नाल डिवाइड करांगे तो आंसर की आएगा 2 एंड 2 नूं 2 नाल डिवाइड करांगे आंसर आएगा 1। तो 32 नूं मैं लिख सकता 2 into 2 into 2 into 2 into 2 तो 2 गुणा 2 गुणा 2 गुणा 2 गुणा 2 तो 32 बराबर है 2 दी पावर 5। 5 बारी 2 आया ना तो 32 नूं मैं लिख सकता 2 दी पावर 5। तो इत्थे मैं लिखूंगा 2 दी पावर 5। हुण तुहानूं नजर आएगा पहला स्टेप असीं की कीता है जो साडी स्टेटमेंट या रकम सानूं दित्ती होई सी उसनूं असीं कन्वर्ट कर लिया प्राइम फैक्टर्स दे विच। 4 नूं असीं 2 दी पावर 2 लिखता और 32 दे फैक्टर्स बना के उसनूं असीं 2 दी पावर 5 लिखता। उस तो बाद हुण असीं लगावांगे रूल ऑफ एक्सपोनेंट्स। देखो पहला ऊपरला स्टेप देखो ऊपर की है 2 दी पावर 3 एक 2 दी पावर वाला 2 वाला बेस ए पे है, एक 2 वाला बेस ए पे है। तो मैं इसको लिख सकता 2 दी पावर 3 2 दी पावर 3 गुणा 2 दी पावर 2 की हुंदा है। देखो 2 दी पावर 3 गुणा 2 दी पावर 2 ये हुंदा नहीं 2 दी पावर 3 प्लस 2 ये बन गया 2 दी पावर 5। किवें आया है a दी पावर m मल्टीप्लाई बाय a दी पावर n ये किस दे बराबर हुंदा है a दी पावर m प्लस n। बेस सेम है तो पावर्स आपस में ऐड हो जाएंगी। तो 2 दी पावर 3 गुणा 2 दी पावर 2 नूं मैं लिख सकदा 2 दी पावर 3 प्लस 2। और अपने को ऊपर की बचा 3 दी पावर 4 ये अपने को ऊपर बचा। एंड देन नीचे असी की देखते हैं नीचे की सारे को 3 मल्टीप्लाई बाय 2 दी पावर 5।
ਤਾਂ 2 ਦੀ ਪਾਵਰ 3 plus 2 ਇੱਥੇ ਅਸੀਂ ਰੂਲ ਕਿਹੜਾ ਲਗਾਇਆ, ਰੂਲ ਅਸੀਂ ਇੱਥੇ ਨਾਲ ਆਨਸਰ ਚ ਜ਼ਰੂਰ ਲਿਖਣਾ ਨਾਲ ਅਸੀਂ ਸਾਈਡ ਤੇ, ਸੋ ਦੈਟ ਐਗਜ਼ਾਮੀਨਰ ਨੂੰ ਕਲੀਅਰ ਹੋਵੇ ਕਿ ਅਸੀਂ ਕਿਹੜਾ ਰੂਲ ਲਗਾਇਆ। a ਦੀ ਪਾਵਰ n ਮਲਟੀਪਲਾਈ ਬਾਈ a ਦੀ ਪਾਵਰ n ਇਹ ਕਿਸ ਦੇ ਬਰਾਬਰ ਹੁੰਦਾ ਹੈ, a ਦੀ ਪਾਵਰ n plus n। ਇਹ ਅਸੀਂ ਇੱਥੇ ਐਕਸਪੋਨੈਂਟਸ ਦਾ ਰੂਲ ਲਗਾਤਾ। ਤਾਂ 2 ਦੀ ਪਾਵਰ 3 plus 2 ਨੂੰ ਮੈਂ ਇੱਥੇ ਇੱਕ ਸਟੈਪ ਬਚਾਉਣ ਲਈ ਮੈਂ ਕੀ ਕਰਦਾ, ਇੱਥੇ ਲਿਖ ਦੇਣਾ, ਜਾਂ ਚਲੋ ਆਪਾਂ ਨੈਕਸਟ ਸਟੈਪ ਲਿਖਦੇ 2 ਦੀ ਪਾਵਰ 5 ਮਲਟੀਪਲਾਈ ਬਾਈ 3 ਦੀ ਪਾਵਰ 4 ਡਿਵਾਈਡਡ ਬਾਈ 3 ਮਲਟੀਪਲਾਈ ਬਾਈ 2 ਦੀ ਪਾਵਰ 5। ਇਹਨਾਂ ਨੂੰ ਐਡ ਕਰਦਾ ਮੈਂ ਅਗਲੇ ਸਟੈਪ ਦੇ ਵਿੱਚ, 3 ਦੀ ਪਾਵਰ 4 ਡਿਵਾਈਡਡ ਬਾਈ 3 ਮਲਟੀਪਲਾਈ ਬਾਈ 2 ਦੀ ਪਾਵਰ 5। ਹੁਣ ਇਹ ਚੀਜ਼ ਕਿਸ ਦੇ ਬਰਾਬਰ ਆਏਗੀ, ਇਸ ਤੋਂ ਬਾਅਦ ਅਗਲਾ ਰੂਲ ਲਗਾਉਂਗਾ ਮੈਂ। ਹੁਣ ਜਿਹੜੀ ਚੀਜ਼ ਨੀਚੇ ਹੈ, ਦੇਖੋ 2 ਦੀ ਪਾਵਰ 5 ਉੱਪਰ ਹੈ, 2 ਦੀ ਪਾਵਰ 5 ਨੀਚੇ ਹੈ। ਵੈਸੇ ਤਾਂ ਆਪਾਂ ਡਾਇਰੈਕਟਲੀ ਵੀ ਕੱਟ ਸਕਦੇ ਹਾਂ, ਪਾਵਰ ਸੇਮ ਹੈ, ਬੇਸ ਸੇਮ ਹੈ, ਪਰ ਅਸੀਂ ਕੀ ਕਰਨਾ ਹੈ, ਰੂਲਸ ਲਗਾਣੇ ਹੈ। ਰੂਲਸ ਲਗਾਉਣ ਲਈ ਅਸੀਂ ਕੀ ਕਰਦੇ ਹਾਂ, 2 ਦੀ ਪਾਵਰ 5 ਚੋਂ ਮੈਂ 5 ਘਟਾ ਦੂੰਗਾ। ਕਿਉਂ, ਬੇਸ ਸੇਮ ਹੈ, a ਦੀ ਪਾਵਰ m ਬਟਾ a ਦੀ ਪਾਵਰ n ਇਹ ਕਿਸ ਦੇ ਬਰਾਬਰ ਹੋ ਜਾਂਦਾ ਹੈ, a ਦੀ ਪਾਵਰ m ਚੋਂ ਮੈਂ ਨੀਚੇ ਵਾਲਾ a ਦੀ ਪਾਵਰ n ਸੀ ਜਿਹੜੀ ਉੱਪਰ ਵਾਲੇ ਦੀ ਪਾਵਰ ਚੋਂ, ਮਤਲਬ ਬੇਸ ਤਾਂ ਸੇਮ ਰਹਿ ਜਾਏਗਾ, a ਉੱਪਰਲੀ ਪਾਵਰ ਚੋਂ ਮੈਂ ਨਿਚਲੀ ਪਾਵਰ ਘਟਾ ਦੂੰਗਾ। ਐਵੇਂ ਹੀ ਇਹਦਾ ਬੇਸ ਵੀ 2 ਹੈ ਔਰ ਇਸ ਦਾ ਬੇਸ ਵੀ 2 ਹੈ। ਤਾਂ 2 ਦੀ ਪਾਵਰ 5 ਉੱਪਰਲੀ ਪਾਵਰ, 2 ਦੀ ਉੱਪਰਲੀ ਪਾਵਰ ਕਿਹੜੀ ਹੈ 5 ਚੋਂ ਮੈਂ ਕੀ ਕਰੂੰਗਾ, ਮਾਈਨਸ ਕਰ ਦੂੰਗਾ ਕਿ 2 ਦੀ ਨਿਚਲੀ ਪਾਵਰ ਉਹ ਵੀ 5 ਹੈ, ਤਾਂ 2 ਦੀ 5 ਮਾਈਨਸ 5। ਇਹ ਤਾਂ ਸਾਡਾ ਇੰਨਾ ਕੁ ਸੋਲਵ ਹੋ ਗਿਆ। ਹੁਣ ਕੀ ਬਚਿਆ ਸਾਡੇ ਕੋਲੇ, 3 ਦੀ ਪਾਵਰ 4 ਬਟਾ 3। 3 ਵੀ ਕਿਸ ਦੇ ਬਰਾਬਰ ਹੁੰਦਾ, 3 ਦੀ ਪਾਵਰ 1 ਹੁੰਦੀ ਹੈ। 3 ਨੂੰ ਮੈਂ ਲਿਖ ਸਕਦਾ 3 ਦੀ ਪਾਵਰ 1। ਤਾਂ ਵਿਚਕਾਰ ਮਲਟੀਪਲਾਈ ਦਾ ਸਾਈਨ ਹੈ, 3 ਦੀ ਪਾਵਰ 4 ਉੱਪਰ ਪਿਆ ਔਰ 3 ਦੀ ਪਾਵਰ 1 ਨੀਚੇ ਪਿਆ। ਜੇਕਰ 3 ਦੀ ਪਾਵਰ 1 ਨੀਚੇ ਹੈ ਤਾਂ 3 ਦੀ ਪਾਵਰ 4 ਬਟਾ 3 ਦੀ ਪਾਵਰ 1 ਇਹ ਕੀ ਬਣੇਗਾ, ਉੱਪਰਲੇ ਦੀ ਪਾਵਰ ਚੋਂ ਮੈਂ ਨੀਚਲੇ ਦੀ ਪਾਵਰ ਘਟਾ ਦੂੰਗਾ, ਤਾਂ ਇਹ ਬਣ ਜਾਏਗਾ 3 ਦੀ ਪਾਵਰ 4 ਮਾਈਨਸ 1। ਇਹ ਸਾਡੇ ਕੋਲੇ ਇਸ ਨੂੰ ਸੋਲਵ ਕਰਕੇ ਆਨਸਰ ਆ ਜਾਏਗਾ। ਇਸ ਤੋਂ ਨੈਕਸਟ ਸਟੈਪ ਦੇ ਵਿੱਚ ਅਸੀਂ ਪਹਿਲੇ ਗੱਲ ਇੱਥੇ ਨਾਲ ਲਿਖਾਂਗੇ ਕਿਹੜਾ ਰੂਲ ਲਗਾਇਆ ਸੀ। ਦੋਨਾਂ 'ਚ ਅਸੀਂ ਰੂਲ ਲਗਾਇਆ ਹੈ a ਦੀ ਪਾਵਰ m ਅਪੋਨ a ਦੀ ਪਾਵਰ n ਬਰਾਬਰ ਹੁੰਦੀ ਹੈ a ਦੀ ਪਾਵਰ m ਮਾਈਨਸ n। a ਦੀ ਪਾਵਰ m ਮਾਈਨਸ n। ਇਹ ਅਸੀਂ ਦੋਨੋਂ ਡਿਵੀਜ਼ਨ 'ਚ ਸੀਗੇ, ਤਾਂ ਪਾਵਰ ਅਸੀਂ ਬੇਸ ਸੇਮ ਰੱਖ ਲਿਆ, ਪਾਵਰ ਉੱਪਰਲੀ ਚੋਂ ਅਸੀਂ ਨਿਚਲੀ ਘਟਾਤੀ। 2 ਵਾਲੇ ਦਾ 2 ਵਾਲੇ ਨਾਲ ਅਸੀਂ ਪ੍ਰੋਪਰ ਮਤਲਬ ਡਿਵਾਈਡ ਕਰਤਾ ਉਸ ਨੂੰ, ਔਰ 3 ਵਾਲੇ ਦਾ 3 ਵਾਲੇ ਦੇ ਨਾਲ ਅਸੀਂ ਡਿਵੀਜ਼ਨ ਕਰਤੀ। ਤਾਂ ਇਹ ਆ ਗਿਆ 2 ਦੀ ਪਾਵਰ 5 ਮਾਈਨਸ 5। ਤਾਂ ਮੈਂ ਲਿਖਿਆ 2 ਦੀ ਪਾਵਰ 5 ਚੋਂ 5 ਘਟਾਵਾਂਗੇ 0 ਮਲਟੀਪਲਾਈ ਬਾਈ 3 ਦੀ ਪਾਵਰ 4 ਮਾਈਨਸ 1। 3 ਦੀ ਪਾਵਰ 4 ਚੋਂ 1 ਘਟਾਏ ਇਹ ਕੀ ਬਣੇ 3। ਤਾਂ 2 ਦੀ ਪਾਵਰ 0 ਮਲਟੀਪਲਾਈ ਬਾਈ 3 ਦੀ ਪਾਵਰ 3। ਹੁਣ 2 ਦੀ ਪਾਵਰ 0 ਕੀ ਹੁੰਦੀ ਹੈ 1। ਕਿਸੇ ਦੀ ਵੀ ਪਾਵਰ 0 ਕਿਸ ਦੇ ਬਰਾਬਰ ਹੁੰਦੀ ਹੈ 1। ਤਾਂ ਮਲਟੀਪਲਾਈ ਬਾਈ 3 ਦੀ ਪਾਵਰ 3। ਤਾਂ ਇੱਥੇ ਅਸੀਂ ਰੂਲ ਇੱਕ ਅਗਲਾ ਲਗਾਇਆ। ਕਿਹੜਾ ਰੂਲ ਲਗਾਇਆ, ਉਹ ਰੂਲ ਸੀ ਕਿ ਕਿਸੇ ਦੀ ਵੀ ਪਾਵਰ 0 ਬਰਾਬਰ ਹੁੰਦੀ ਹੈ 1 ਦੇ। ਤਾਂ ਸਾਡੇ ਕੋਲੇ ਆਨਸਰ ਕੀ ਆ ਗਿਆ 1 ਮਲਟੀਪਲਾਈ ਬਾਈ 3 ਦੀ ਪਾਵਰ 3। ਤਾਂ ਇਸ ਨੂੰ ਮੈਂ ਲਿਖ ਸਕਦਾ 3 ਦੀ ਪਾਵਰ 3। ਇਹ ਸਾਡਾ ਆਨਸਰ ਆ ਗਿਆ। ਦੇਖੋ ਇਹ ਜਿਹੜਾ ਆਨਸਰ ਆਇਆ ਹੈ ਇਹ ਘਾਤ ਅੰਕੀ ਰੂਪ ਦੇ ਵਿੱਚ ਆਇਆ ਹੈ। ਸੋ ਇਸ ਨੂੰ ਮੈਂ ਇੱਥੇ ਐਜ਼ ਇਟ ਇਜ਼ ਆਨਸਰ ਲਿਖ ਸਕਦਾ। ਇਸ ਤੋਂ ਅੱਗੇ ਸੋਲਵ ਕਰਨ ਦੀ ਲੋੜ ਨਹੀਂ, ਕਿਉਂਕਿ ਅਸੀਂ ਘਾਤ ਅੰਕੀ ਰੂਪ ਦੇ ਵਿੱਚ ਹੀ ਆਨਸਰ ਕੱਢਣਾ ਸੀ। ਸੋ ਇਸ ਤਰ੍ਹਾਂ ਸਾਡਾ ਫਰਸਟ ਕੁਐਸਚਨ ਇਸ ਇੱਥੇ 3 ਦੀ ਪਾਵਰ 3 ਤੇ ਖਤਮ ਹੋ ਕੇ ਸਾਡਾ ਆਨਸਰ ਕੀ ਹੈ 3 ਦੀ ਪਾਵਰ 3। ਇਸ ਤੋਂ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਸੈਕਿੰਡ ਪਾਰਟ। Second part 5 ਦੀ ਪਾਵਰ 2 ਦੀ ਪਾਵਰ 3। ਇਹ ਹੈ 5 ਦੀ ਪਾਵਰ 2 और पूरे ਦੀ ਪਾਵਰ 3 ਮਲਟੀਪਲਾਈ ਬਾਈ 5 ਦੀ ਪਾਵਰ 4 ਮਲਟੀਪਲਾਈ ਬਾਈ 5 ਦੀ ਪਾਵਰ 4। ਇਸ ਨੂੰ ਅਸੀਂ ਡਿਵਾਈਡ ਕਰਨਾ ਹੈ 5 ਦੀ ਪਾਵਰ 7 ਦੇ ਨਾਲ। ਇਸ ਨੂੰ ਅਸੀਂ ਡਿਵਾਈਡ ਕਰਨਾ ਹੈ। ਤਾਂ ਸਭ ਤੋਂ ਪਹਿਲੀ ਚੀਜ਼ ਜਦੋਂ ਮੈਂ ਇਸ ਕੁਐਸਚਨ ਨੂੰ ਸੋਲਵ ਕਰਨਾ ਹੈ ਤਾਂ ਇੱਕ ਕੰਮ ਮੈਂ ਪਹਿਲਾਂ ਕਰੂੰਗਾ ਕਿ ਮੈਂ ਪਹਿਲਾਂ ਬ੍ਰੈਕਟ
ਨੂੰ ਸੋਲਵ ਕਰੂੰਗਾ, ਇਸ ਨੂੰ ਮੈਂ ਐਂਡ ਤੇ ਦੇਖੂੰਗਾ। ਤਾਂ ਪਹਿਲਾਂ ਆਪਾਂ ਕੀ ਕਰਾਂਗੇ, ਇਸ ਬ੍ਰੈਕਟ ਨੂੰ ਸੋਲਵ ਕਰਦੇ ਹਾਂ। ਬ੍ਰੈਕਟ 'ਚ ਸਭ ਤੋਂ ਪਹਿਲਾਂ ਕੀ ਲਿਖਿਆ ਹੋਇਆ 5 ਦੀ ਪਾਵਰ 2 ਦੀ ਪਾਵਰ 3। ਆ ਦੇਖੋ a ਦੀ ਪਾਵਰ m ਦੀ ਪਾਵਰ n, ਇਹ ਕਿਸ ਦੇ ਬਰਾਬਰ ਹੋ ਜਾਂਦਾ ਹੈ, a ਦੀ ਪਾਵਰ m ਨੂੰ ਮੈਂ n ਨਾਲ ਹੀ ਸਿੱਧਾ ਗੁਣਾ ਕਰ ਦਿੰਦਾ। ਤਾਂ ਮੈਂ ਲਿਖ ਸਕਦਾ 5 ਦੀ ਪਾਵਰ 2 ਦੀ ਪਾਵਰ 3 ਨੂੰ 5 ਦੀ ਪਾਵਰ 2 ਮਲਟੀਪਲਾਈ ਬਾਈ 3, ਕਿਉਂਕਿ ਸਾਡੇ ਕੋਲ ਇਹ ਐਕਸਪੋਨੈਂਟਸ ਦਾ ਰੂਲ ਹੈ ਜੋ ਅਸੀਂ ਪਹਿਲਾਂ ਕਰ ਚੁੱਕੇ ਹਾਂ। ਤਾਂ ਮੈਂ 5 ਦੀ ਪਾਵਰ 2 ਦੀ ਪਾਵਰ 3 ਨੂੰ ਲਿਖਤਾ 5 ਦੀ ਪਾਵਰ 2 ਮਲਟੀਪਲਾਈ ਬਾਈ 3। ਦੈਨ ਬ੍ਰੈਕਟ ਛੋੜ ਸਾਡੇ ਕੋਲ ਕੀ ਹੈ 5 ਦੀ ਪਾਵਰ 4, ਬਾਹਰ ਵਾਲਾ as it is 5 ਦੀ ਪਾਵਰ 7। ਅਸੀਂ ਰੂਲ ਕਿਹੜਾ ਲਗਾਇਆ ਇੱਥੇ, ਰੂਲ ਲਗਾਇਆ a ਦੀ ਪਾਵਰ m ਦੀ ਪਾਵਰ n ਬਰਾਬਰ ਹੈ a ਦੀ ਪਾਵਰ m ਮਲਟੀਪਲਾਈ ਬਾਈ n। ਇਹ ਵਾਲਾ ਅਸੀਂ ਰੂਲ ਲਗਾਇਆ, ਪਾਵਰ ਦੀ ਪਾਵਰ ਨੂੰ ਆਪਸ ਵਿੱਚ ਮਲਟੀਪਲਾਈ ਕਰਤਾ ਇਸ ਸਟੈਪ ਤੇ। ਤਾਂ ਅਸੀਂ ਨਾਲ ਇਹ ਰੂਲ ਜ਼ਰੂਰ ਦੇਣਾ, ਅਦਰਵਾਈਜ਼ ਸਾਡੇ ਐਗਜ਼ਾਮੀਨਰ ਮਾਰਕਸ ਕੱਟ ਸਕਦਾ ਹੈ ਇੱਥੋਂ ਦੀ। ਤਾਂ 5 ਦੀ ਪਾਵਰ 2 ਮਲਟੀਪਲਾਈ ਬਾਈ 3, ਹੁਣ ਹਲੇ ਬ੍ਰੈਕਟ ਨੂੰ ਹੀ ਸੋਲਵ ਕਰ ਰਹੇ ਹਾਂ। 5 ਦੀ ਪਾਵਰ 2 ਮਲਟੀਪਲਾਈ ਬਾਈ 3 ਮਤਲਬ 5 ਦੀ ਪਾਵਰ 6 ਮਲਟੀਪਲਾਈ ਬਾਈ 5 ਦੀ ਪਾਵਰ 4 ਡਿਵਾਈਡਡ, ਬਾਕੀ ਸਾਰਾ ਕੁਝ ਮੈਂ ਸੇਮ ਰੱਖ ਲਿਆ। ਇੱਥੇ ਕੋਈ ਰੂਲ ਨਹੀਂ ਲਗਾਇਆ, ਸਿਰਫ ਮੈਂ ਮਲਟੀਪਲਾਈ ਕੀਤਾ, ਹੋਰ ਮੈਂ ਇਸ ਸਟੈਪ 'ਚ ਕੁਝ ਵੀ ਨਹੀਂ ਕੀਤਾ। ਅਗਲੇ ਸਟੈਪ ਦੇ ਵਿੱਚ ਬ੍ਰੈਕਟ ਦੇ ਵਿੱਚ ਬੇਸ ਸੇਮ ਹੈ, ਬੇਸ ਕੀ ਹੈ 5, ਪਾਵਰਸ ਐਡ ਹੋ ਜਾਣਗੀਆਂ 6 plus 4, ਇਹ ਬ੍ਰੈਕਟ 'ਚ ਰਹੇਗਾ ਡਿਵਾਈਡਡ ਬਾਈ 5 ਦੀ ਪਾਵਰ 7। ਦੇਖੋ ਜਦੋਂ ਬੇਸ ਸੇਮ ਹੋਵੇ ਤਾਂ ਪਾਵਰਸ ਆਪਸ ਕੀ ਹੋ ਜਾਂਦੀਆਂ ਨੇ, ਐਡ ਹੋ ਜਾਂਦੀਆਂ ਨੇ। ਤਾਂ ਮੈਂ ਇੱਥੇ ਲਿਖਿਆ ਹੈ ਬੇਸ ਸੇਮ ਹੈ a ਦੀ ਪਾਵਰ m, ਰੂਲ ਕਿਹੜਾ ਲਗਾਇਆ a ਦੀ ਪਾਵਰ m into a ਦੀ ਪਾਵਰ n, ਇਹ ਬਰਾਬਰ ਹੈ a ਦੀ ਪਾਵਰ m plus n। ਤਾਂ 5 ਦੀ ਪਾਵਰ 6 ਗੁਣਾ 5 ਦੀ ਪਾਵਰ 4, ਤਾਂ ਇਹ ਬਣਿਆ 5 ਦੀ ਪਾਵਰ 6 plus 4 ਬ੍ਰੈਕਟ 'ਚ ਬਣ ਗਿਆ ਡਿਵਾਈਡਡ ਬਾਈ 5 ਦੀ ਪਾਵਰ 7। ਤਾਂ ਇਹ ਬਣਿਆ 5 ਦੀ ਪਾਵਰ, ਹੁਣ ਅਸੀਂ ਬ੍ਰੈਕਟ ਖੋਲਦੇ ਹਾਂ, 6 plus 4 ਕਿੰਨਾ ਹੁੰਦਾ ਹੈ 10, 5 ਦੀ ਪਾਵਰ 10 ਡਿਵਾਈਡਡ ਬਾਈ 5 ਦੀ ਪਾਵਰ 7, 5 ਦੀ ਪਾਵਰ 10 ਡਿਵਾਈਡਡ ਬਾਈ 5 ਦੀ ਪਾਵਰ 7। ਤਾਂ ਇਸ ਨੂੰ ਅਸੀਂ ਐਵੇਂ ਵੀ ਲਿਖ ਸਕਦੇ ਹਾਂ, ਆ ਡਿਵੀਜ਼ਨ ਜਿਹੜੀ ਹੁੰਦੀ ਹੈ ਇਸ ਨੂੰ ਮੈਂ ਇਸ ਤਰ੍ਹਾਂ ਵੀ ਲਿਖ ਸਕਦਾ ਨਾ, 5 ਦੀ ਪਾਵਰ 10 ਬਟਾ 5 ਦੀ ਪਾਵਰ 7, ਗੱਲ ਤਾਂ ਇੱਕੋ ਹੀ ਹੈ। ਤਾਂ ਇਟ ਮੀਨਸ ਜਿਹੜਾ ਡਿਵੀਜ਼ਨ ਵਾਲਾ ਸਾਈਨ ਹੈ ਇੱਥੇ ਵੀ ਅਸੀਂ ਆਹੀ ਫਾਰਮੂਲਾ ਲਗਾਵਾਂਗੇ, ਜੇਕਰ ਇਹਨੂੰ ਭਾਵੇਂ ਆਪਾਂ ਵੱਡਿਆਂ 'ਚ ਲਿਖ ਕਰਕੇ ਕਰ ਲਈਏ ਤਾਂ ਵੀ ਫਾਰਮੂਲਾ ਕੀ ਲੱਗੇਗਾ, ਇਹੀ ਲੱਗੇਗਾ। ਤਾਂ ਮੈਂ ਇਸ ਨੂੰ ਕੀ ਕਰਦਾ, ਡਿਵੀਜ਼ਨ ਵਾਲਾ ਫਾਰਮੂਲਾ ਲਗਾਨਾ। ਕਿਹੜਾ ਫਾਰਮੂਲਾ ਹੈ ਕਿ ਜੇਕਰ ਬੇਸ ਸੇਮ ਹੈ, ਵਿਚਕਾਰ ਡਿਵਾਈਡ ਦਾ ਜਾਂ ਬਟੇ ਦਾ ਸਾਈਨ ਹੈ, ਤਾਂ ਪਾਵਰਸ ਆਪਸ ਦੇ ਵਿੱਚ ਕੀ ਹੋ ਜਾਂਦੀਆਂ ਨੇ, ਮਾਈਨਸ ਹੋ ਜਾਂਦੀ। ਤਾਂ 5 ਦੀ ਪਾਵਰ 10 minus 7, ਔਰ ਰੂਲ ਕਿਹੜਾ ਹੈ a ਦੀ ਪਾਵਰ m ਨੂੰ ਮੈਂ ਡਿਵਾਈਡ ਕਰੂੰਗਾ ਜੇਕਰ a ਦੀ ਪਾਵਰ n ਨਾਲ, ਤਾਂ ਇਹ ਕੀ ਬਣੇਗਾ a ਦੀ ਪਾਵਰ m minus n। a ਦੀ ਪਾਵਰ m ਨੂੰ ਜਦੋਂ ਮੈਂ ਭਾਗ ਕੀਤਾ, ਇਹ ਵੀ ਭਾਗ ਕਰਨਾ ਹੀ ਹੁੰਦਾ ਹੈ ਜੇ ਬਟੇ 'ਚ ਕੁਝ ਲਿਖਿਆ ਹੋਵੇ, ਤਾਂ a ਦੀ ਪਾਵਰ m ਡਿਵਾਈਡਡ ਬਾਈ a ਦੀ ਪਾਵਰ m ਬਰਾਬਰ ਹੈ a ਦੀ ਪਾਵਰ m minus n। ਤਾਂ ਇਹ ਬਣੇਗਾ 5 ਦੀ ਪਾਵਰ 10 ਚੋਂ 7 ਕੱਢੇ, ਇਹ ਕੀ ਆਇਆ 3, ਇਹ ਸਾਡਾ ਆ ਗਿਆ ਆਨਸਰ। ਔਰ ਦੇਖੋ ਇਹ ਘਾਤ ਅੰਕੀ ਰੂਪ ਦੇ ਵਿੱਚ ਆਨਸਰ ਹੈ, ਇਸ ਤੋਂ ਬਾਅਦ ਅਸੀਂ ਇਸ ਨੂੰ ਸੋਲਵ ਨਹੀਂ ਕਰਾਂਗੇ। ਨੈਕਸਟ ਅਸੀਂ ਕਰਦੇ ਹਾਂ ਥਰਡ ਪਾਰਟ। आई थिंक ਤੁਹਾਨੂੰ क्वेश्चन क्लियर हो रहे होंगे, बड़े सिंपल क्वेश्चंस हैं, पूरे स्कोरिंग क्वेश्चंस हैं। कॉम्पिटिटिव एग्जाम ਦੇ ਪੁਆਇੰਟ ਆਫ View ਨਾਲ ਵੀ ਇਹ क्वेश्चंस ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਸੋ ਇਹਨਾਂ ਨੂੰ ਬੜੇ ਧਿਆਨ ਨਾਲ ਦੇਖਣ ਦੀ ਲੋੜ ਹੈ। ਥਰਡ ਪਾਰਟ 25 ਦੀ ਪਾਵਰ 4 ਡਿਵਾਈਡਡ ਬਾਈ 5 ਦੀ ਪਾਵਰ 3, 25 ਦੀ ਪਾਵਰ 4 ਡਿਵਾਈਡਡ ਬਾਈ 5 ਦੀ ਪਾਵਰ 3। ਹੁਣ ਤੁਹਾਨੂੰ ਮੈਂ ਦੱਸਿਆ ਸੀਗਾ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ, ਅਸੀਂ ਜਿਹੜੀਆਂ ਸੰਖਿਆਵਾਂ ਅਭਾਜ ਨਹੀਂ ਹੈਗੀਆਂ ਅਸੀਂ ਉਹਨਾਂ ਨੂੰ ਪਹਿਲਾਂ ਉਹਦੇ ਫੈਕਟਰ ਬਣਾਵਾਂਗੇ। 25 ਦੇ ਫੈਕਟਰਸ, 25 ਦੇਖੋ 25 5 ਤੇ ਡਿਵੀਜ਼ੀਬਲ ਹੈ, ਤਾਂ ਮੈਂ ਕੀ ਕਰੂੰਗਾ 25 ਨੂੰ ਪਹਿਲਾਂ ਇਹਦੇ ਫੈਕਟਰਸ ਬਣਾਉਂਗਾ। 5 ਤੇ ਭਾਗ ਕੀਤਾ, 5 5 25, ਤਾਂ 5 1 5, ਤਾਂ 25 ਨੂੰ ਮੈਂ ਲਿਖ ਸਕਦਾ 25 ਬਰਾਬਰ ਹੈ 5 ਗੁਣਾ 5 ਜਾਂ 5 ਦੀ ਪਾਵਰ 2। 25 ਨੂੰ ਮੈਂ ਲਿਖੂੰਗਾ 5 ਦੀ ਪਾਵਰ 2, ਤੇ ਪੂਰੇ ਦੀ ਪਾਵਰ ਕੀ ਆ ਜਾਏਗੀ 4। ਹੁਣ ਦੇਖੋ ਕੀਤਾ ਕੀ, ਮੈਂ 25 ਨੂੰ ਕਨਵਰਟ ਕਰਤਾ 5 ਦੀ ਪਾਵਰ 2 ਚ,
ਤੇ ਬਾਹਰ ਉੱਪਰ ਪੂਰੀ ਪਾਵਰ ਕੀ ਹੈ 4 ਐਜ਼ ਇਟ ਇਜ਼ ਦੀ ਐਜ਼ ਇਟ ਇਜ਼ ਰਹੇਗੀ। ਡਿਵਾਈਡ ਕਰਨਾ ਇਹਨੂੰ ਅਸੀਂ 5 ਦੀ ਪਾਵਰ 3 ਦੇ ਨਾਲ, ਡਿਵਾਈਡ ਕਰਨਾ ਹੈ 5 ਦੀ ਪਾਵਰ 3 ਦੇ ਨਾਲ। ਤਾਂ 5 ਦੀ ਪਾਵਰ 2 ਦੀ ਪਾਵਰ 4, ਹੁਣ ਦੇਖੋ a ਦੀ ਪਾਵਰ m ਦੀ ਪਾਵਰ n, ਪਾਵਰ ਦੀ ਪਾਵਰ ਆਪਸ ਵਿੱਚ ਕੀ ਹੋ ਜਾਂਦੀਆਂ ਨੇ ਮਲਟੀਪਲਾਈ। ਤਾਂ 5 ਦੀ ਪਾਵਰ 2 ਦੀ ਪਾਵਰ 4 ਮਤਲਬ ਪਾਵਰਸ ਆਪਸ ਦੇ ਵਿੱਚ ਮਲਟੀਪਲਾਈ ਹੋ ਜਾਣਗੀਆਂ। ਔਰ ਇਸ ਨੂੰ ਮੈਂ ਐਜ਼ ਇਟ ਇਜ਼ ਲਿਖ ਦੇਣਾ। ਰੂਲ ਮੈਂ ਕਿਹੜਾ ਲਗਾਇਆ ਇੱਥੇ, a ਦੀ ਪਾਵਰ m ਦੀ ਪਾਵਰ n ਕਿਸ ਦੇ ਬਰਾਬਰ ਹੈ a ਦੀ ਪਾਵਰ m ਮਲਟੀਪਲਾਈ ਬਾਈ n, a ਦੀ ਪਾਵਰ m ਮਲਟੀਪਲਾਈ ਬਾਈ n। ਤਾਂ 5 ਦੀ ਪਾਵਰ 2 ਗੁਣਾ 4 ਕਿੰਨੀ ਹੁੰਦੀ ਹੈ 8, ਡਿਵਾਈਡ ਕਰਦਾ ਮੈਂ 5 ਦੀ ਪਾਵਰ 3 ਦੇ ਨਾਲ। ਤਾਂ ਕੀ ਬਣੇਗਾ, ਬੇਸ ਸੇਮ ਹੈ ਵਿਚਕਾਰ ਡਿਵਾਈਡ ਦਾ ਸਾਈਨ ਹੈ, ਤਾਂ ਕੀ ਆ ਜਾਏਗਾ ਇਹ ਪਾਵਰਸ ਆਪਸ ਦੇ ਵਿੱਚ ਮਾਈਨਸ ਹੋ ਜਾਣਗੇ। ਜਦੋਂ ਬੇਸ ਸੇਮ ਹੈ ਵਿਚਕਾਰ ਡਿਵੀਜ਼ਨ ਦਾ ਸਾਈਨ ਹੈ, ਇਹ ਪਾਵਰਸ ਆਪਸ ਚ ਮਾਈਨਸ ਹੋ ਜਾਣਗੀਆਂ। ਤਾਂ ਇਹ ਬਣ ਜਾਏਗਾ 5 ਦੀ ਪਾਵਰ 8 ਮਾਈਨਸ 3। ਅਸੀਂ ਰੂਲ ਕਿਹੜਾ ਲਗਾਇਆ, a ਦੀ ਪਾਵਰ m ਨੂੰ ਜੇਕਰ ਮੈਂ ਭਾਗ ਕਰਦਾ a ਦੀ ਪਾਵਰ n ਨਾਲ ਤਾਂ ਇਹ ਬਣਦਾ ਹੈ a ਦੀ ਪਾਵਰ m ਮਾਈਨਸ n ਨਾਲ। ਤਾਂ 5 ਦੀ ਪਾਵਰ 8 ਮਾਈਨਸ 3 ਇਹ ਕਿਸ ਦੇ ਬਰਾਬਰ ਹੁੰਦੀ ਹੈ 5 ਦੀ ਪਾਵਰ 5। ਇਹ ਸਾਡਾ ਕੀ ਆ ਗਿਆ, ਆਨਸਰ ਆ ਗਿਆ। ਸੋ ਬੜਾ ਸਿੰਪਲ ਕੁਐਸਚਨ ਸੀ। ਅਸੀਂ 25 ਨੂੰ ਕਨਵਰਟ ਕੀਤਾ ਕਿਸ ਦੇ ਵਿੱਚ, ਪ੍ਰਾਈਮ ਫੈਕਟਰ ਬਣਾਏ, ਉਸਦੇ ਫੈਕਟਰਸ ਬਣਾ ਕੇ a ਦੀ ਪਾਵਰ m ਦੀ ਪਾਵਰ n ਨੂੰ a ਦੀ ਪਾਵਰ mn ਚ ਕਨਵਰਟ ਕੀਤਾ, ਮਲਟੀਪਲਾਈ ਕਰਤਾ, ਫਿਰ 5 ਦੀ ਪਾਵਰ 8 ਬਣ ਗਿਆ। ਇਸ ਨੂੰ 5 ਦੀ ਪਾਵਰ 3 ਨਾਲ ਡਿਵਾਈਡ ਕਰਾਂਗੇ ਤਾਂ ਕੀ ਬਣੇਗਾ 5 ਦੀ ਪਾਵਰ 5। ਇਹ ਸਾਡੇ ਕੋਲੇ ਆਨਸਰ ਆ ਗਿਆ। ਇਸ ਤੋਂ ਬਾਅਦ ਅਸੀਂ ਨੈਕਸਟ ਕੁਐਸਚਨ ਕਰਦੇ ਹਾਂ, फोर्थ पार्ट। पार्ट नंबर 4 की है 3 मल्टीप्लाई बाय 7 दी पावर 2 मल्टीप्लाई बाय 11 दी पावर 8। 3 मल्टीप्लाई बाय 7 दी पावर 2 मल्टीप्लाई बाय 11 दी पावर 8 डिवाइडेड बाय 21 मल्टीप्लाई बाय 11 दी पावर 3। 21 मल्टीप्लाई बाय 11 दी पावर 3। सो ए साडे कोले रकम ਦਿੱਤੀ ਹੋਈ ਹੈ और इसको ਅਸੀਂ ਘਾਤ ਅੰਕੀ ਰੂਪ ਚ ਦਰਸਾਣਾ ਹੈ। ਤਾਂ ਕਿਵੇਂ ਕਰਾਂਗੇ, ਦੇਖੋ ਪਹਿਲੀ ਚੀਜ਼ ਇਸ ਦੇ ਵਿੱਚ ਕੋਈ ਐਸਾ ਨੰਬਰ ਹੈ ਜਿਹੜਾ ਪ੍ਰਾਈਮ ਨੰਬਰ ਨਾ ਹੋਵੇ, ਉਸ ਦੇ ਅਸੀਂ ਫੈਕਟਰ ਬਣਾਵਾਂਗੇ। 3 ਇਟਸ ਅ ਪ੍ਰਾਈਮ ਨੰਬਰ, 7 ਇਜ਼ ਅ ਪ੍ਰਾਈਮ ਨੰਬਰ, 11 ਇਜ਼ ਅ ਪ੍ਰਾਈਮ ਨੰਬਰ। ਇਹ ਕਿਸੇ ਹੋਰ ਤੇ ਡਿਵਾਈਡ ਨਹੀਂ ਹੁੰਦਾ। ਬਟ 21 ਜਿਹੜਾ ਹੈ ਇਹ ਡਿਵਾਈਡ ਹੋ ਜਾਂਦਾ ਹੈ ਕਿਸ ਤੇ, 3 ਤੇ 7 ਤੇ। ਤਾਂ ਪਹਿਲਾਂ ਮੈਂ 21 ਦੇ ਫੈਕਟਰ ਬਣਾਉਂਗਾ ਪਹਿਲੇ ਸਟੈਪ ਦੇ ਵਿੱਚ। 21 3 ਤੇ ਭਾਗ ਕੀਤਾ, ਇਹ ਆਇਆ 7 और 7 एकम 7। ਤਾਂ 21 ਨੂੰ ਮੈਂ ਲਿਖ ਸਕਦਾ 3 ਗੁਣਾ 7। 21 ਬਰਾਬਰ ਹੈ 3 ਗੁਣਾ 7। ਤਾਂ ਇਸ ਰਕਮ ਨੂੰ ਹੁਣ ਮੈਂ ਕੀ ਕਰਦਾ, ਕਿਸ ਤਰ੍ਹਾਂ ਲਿਖ ਸਕਦਾ, ਉੱਪਰ ਤਾਂ ਐਜ਼ ਇਟ ਇਜ਼ ਕੁਝ ਵੀ ਚੇਂਜ ਨਹੀਂ ਕੀਤਾ। 3 ਮਲਟੀਪਲਾਈ ਬਾਈ 7 ਦੀ ਪਾਵਰ 2 ਮਲਟੀਪਲਾਈ ਬਾਈ 11 ਦੀ ਪਾਵਰ 8 ਡਿਵਾਈਡਡ 21 ਨੂੰ ਮੈਂ ਕੀ ਕੀਤਾ 3 ਗੁਣਾ 7 ਲਿਖਤਾ। ਤਾਂ 3 ਗੁਣਾ 7 ਮਲਟੀਪਲਾਈ ਬਾਈ 11 ਦੀ ਪਾਵਰ 3। ਇੱਕ ਚੀਜ਼ ਕਲੀਅਰ ਹੋਗੀ, ਅਸੀਂ ਜੋ ਨੰਬਰ ਪ੍ਰਾਈਮ ਨਹੀਂ ਸੀ ਉਸ ਦੇ ਫੈਕਟਰਸ, ਪ੍ਰਾਈਮ ਫੈਕਟਰਸ ਬਣਾ ਲਏ, ਅਪਾਜ ਸੰਖਿਆਵਾਂ ਦੇ ਰੂਪ ਚ ਉਸ ਨੂੰ ਅਸੀਂ ਕਨਵਰਟ ਕਰਤਾ। ਅਗਲੇ ਲੈਵਲ ਤੇ ਹੁਣ ਮੈਂ ਕੀ ਕਰੂੰਗਾ, ਦੇਖੋ ਉੱਪਰ 3 ਹੈ 7 ਹੈ 11 ਹੈ, नीचे 3 है 7 है 11 है। ऊपर आपस में मल्टीप्लाई होने वाला कुछ भी नहीं, क्योंकि 3 भी इको बारी पे है, 7 भी इको बारी पे है, 11 भी इको बारी पे है, एज इट इज थले है। इट मींस हुन अगले स्टेप ते ਅਸੀਂ करना सिंपल डिवाइड करना है। 3 ਨੂੰ मैं 3 ਨਾਲ कंपेयर करूंगा, ਇਹਨਾਂ ਨੂੰ ਆਪਸ ਸੋਲਵ करूंगा। 7 ਨੂੰ मैं 7 ਵਾਲੇ ਨਾਲ ਸੋਲਵ करूंगा और 11 ਵਾਲੀ ਪਾਵਰਸ ਨੂੰ मैं 11 ਵਾਲੀ ਪਾਵਰਸ ਨਾਲ ਸੋਲਵ करूंगा। ਤਾਂ ਸਾਨੂੰ ਪਤਾ ਹੈ ਕਿ ਉੱਪਰ ਕੀ ਹੈ 3 ਦੀ ਪਾਵਰ 1 ਹੈ और नीचे की है 3 ਦੀ ਪਾਵਰ 1 ਹੈ। ਤਾਂ ਨਿਚਲੀ 3 ਦੀ ਪਾਵਰ 1 ਉੱਪਰ ਜਾ ਕੇ ਕੀ ਹੋ ਜਾਂਦੀ ਹੈ, ਘਟ ਜਾਂਦੀ ਹੈ। ਉਹੀ ਹੈ ਨਾ a ਦੀ ਪਾਵਰ m ਅਪੋਨ a ਦੀ ਪਾਵਰ n। ਅਸੀਂ ਇਸ ਨੂੰ ਲਿਖ ਸਕਦੇ ਹਾਂ a ਦੀ ਪਾਵਰ ਉੱਪਰਲੀ ਚੋਂ ਮੈਂ ਥੱਲੜੀ ਘਟਾ ਦੇਣਾ। ਤਾਂ 3 ਦੀ ਪਾਵਰ 1 ਬਟਾ 3 ਦੀ ਪਾਵਰ 1, ਤਾਂ ਬੇਸ ਮੈਂ 3 ਰੱਖੂੰਗਾ, ਪਾਵਰ ਉੱਪਰਲੀ 1 ਚੋਂ ਮੈਂ ਥੱਲੜਾ 1 ਘਟਾਤਾ, ਮਲਟੀਪਲਾਈ ਬਾय 7 ਦੀ ਪਾਵਰ ऊपर की है 2, इस तो मैं थल्लड़ी माइनस कर दूंगा, थल्ले की है 1, कुछ भी नहीं है तो इट मींस 1 होता है। 2 माइनस 1 मल्टीप्लाई बाय 11 दी पावर ऊपर की है 8, थल्ले की है 3, तो मैं 8 चो 3 घटाऊंगा और असी ए वाला
रूल लगाया तिना दे उपर, यही वाला रूल लगाया। तो अगले स्टेप ते बिल्कुल सिंपल असी माइनस करना है। 3 दी पावर 1 माइनस 1 एक ही होंगे 0। 7 दी पावर 2 माइनस 1 1 मल्टीप्लाई बाय 11 दी पावर 8 चो 3 घटाए 5। तो ये बराबर आ गया 3 दी पावर 0 किस दे बराबर होंदी है 1 दे। किसे दी भी पावर 0 होवे वो 1 दे बराबर होंदी है। मल्टीप्लाई बाय 7 मल्टीप्लाई बाय 11 दी पावर 5। इत्थे रूल असीं किहड़ा लगाया a दी पावर 0 किस दे बराबर होंदी है 1 दे बराबर होंदी है। तो 3 दी पावर 0 ਨੂੰ मैं 1 लिखता, इस ਨੂੰ एज इट इज, इस ਨੂੰ एज इट इज। तो 1 ਨੂੰ ਕਿਸੇ ਵੀ ਨੰਬਰ ਨਾਲ ਮਲਟੀਪਲਾਈ ਕਰੀਏ ਉਹੀ ਆਨਸਰ ਆ ਜਾਂਦਾ ਹੈ। ਤਾਂ 1 ਨੂੰ ਅਸੀਂ ਲੀਵ ਕਰ ਸਕਦੇ ਹਾਂ, ਅਸੀਂ ਲਿਖ ਸਕਦੇ ਹਾਂ 7 ਮਲਟੀਪਲਾਈ ਬਾਈ 11 ਦੀ ਪਾਵਰ 5। ਇਹ ਸਾਡੇ ਕੋਲੇ ਕੀ ਹੈ ਆਨਸਰ ਆ ਗਿਆ फोर्थ पार्ट दा 7 मल्टीप्लाई बाय 11 दी पावर 5। सो नेक्स्ट इस तो बाद फिफ्थ पार्ट। थ्री दी पावर 7 अपॉन 3 दी पावर 4 मल्टीप्लाई बाय 3 दी पावर 3। 3 दी पावर 7 डिवाइडेड बाय 3 दी पावर 4 मल्टीप्लाई बाय 3 दी पावर 3। इसनू असी सोल्व करना है क्वेश्चन नू। देखो सिंपल, बड़ा सिंपल क्वेश्चन है, तुहानू नजर आ रहा है कि ये सारियां पावर्स भी इत्थे भी 3 दी पावर्स है, इत्थे भी 3 दी पावर्स है, नीचे भी न्यूमरेटर च भी 3 दी पावर्स है और डिनोमिनेटर दे विच भी। तो असी की करते हैं ऊपर तो कुछ सोल्व करने वाला है नहीं, इसनू मैं एज इट इज 3 दी पावर 7 लिख देना। थल्ले की है 3 दी पावर 4 गुना 3 दी पावर 3। बेस सेम है की है 3। जेकर बेस सेम है तो पावर्स आपस दे विच की हो जाएंगी ऐड हो जाएंगी, वो की बन जाएंगी 4 प्लस 3। रूल किहड़ा लगदा है a दी पावर m गुणा a दी पावर n ये किस दे बराबर होंदा है a दी पावर m प्लस n दे बराबर होंदा है। ये वाला असी रूल लगाया तो ये बन गया 3 दी पावर 7। थल्ले की बनया 3 दी पावर 4 प्लस 3 की होंदा है 3 दी पावर 7। हुण दोनों डिवीजन च आ गए तो असी की करांगे 3 दी पावर 7 माइनस 7। उपरली पावर चो थल्लड़ी पावर घटा दांगे। तो इसनू असी रूल किहड़ा लगाया a दी पावर m बटा a दी पावर n बराबर होंदा है a दी पावर m माइनस n। ये वाला असी रूल जो डिवीजन वाला रूल है तो उपरली पावर चो थल्लड़ी पावर असी माइनस कर देने हुंदे आ। तो ये बन गया 3 दी पावर 7 माइनस 7। ये की हो गया 3 दी पावर 0। और किसी दी भी पावर 0 हुंदी है जदों तो किस दे बराबर आंसर आता है 1 दे बराबर। रीजन a दी पावर 0 हमेशा 1 दे बराबर आती है। तो छोटे जे क्वेश्चन च असी 3 तरह के रूल्स लगाए और बड़े सिंपल रूल्स ही अपना 2 मिनट दे विच एक क्वेश्चन सोल्व हो गया। सिर्फ जेकर सानू रूल्स पता है और असी स्टेप बाय स्टेप इन्हां क्वेश्चंस नू करदे हां तो मतलब ही नहीं है कि ये साडा क्वेश्चन गलत हो जाए और असी अपने एग्जाम च नंबर कटवा लिए, पॉसिबल नहीं है। सिर्फ असी करना की है स्टेप बाय स्टेप इस क्वेश्चन नू एज पर रूल्स करी जाना है और क्वेश्चन गलत होने के चांसेस बिल्कुल ही निल हो जाते हैं। अगला असी क्वेश्चन करते हैं 2 दी पावर 0। देखो क्वेश्चन सिंपल 2 दी पावर 0 प्लस 3 दी पावर 0 प्लस 4 दी पावर 0। बच्चे गलती की करते हैं 2 प्लस 3 प्लस 4 7 करके पावर 0 कर देते हैं। इस तरह नहीं होएगा। एक ही करांगे असी इसको सोल्व करना पड़ेगा। 2 दी पावर 0 किसी दी भी पावर 0 किदे बराबर होंदी है 1 दे। फिर प्लस 3 दी पावर 0 किसी भी चीज की पावर 0 किस बराबर होंदी है 1 दे। प्लस 4 दी पावर 0 ये भी 1 दे। रूल असी केड़ा दिता a दी पावर 0 किस दे बराबर होंदी है 1 दे बराबर होंदी है। तो आंसर की आ गया 1 प्लस 1 प्लस 1 3। ये साडा की आ गया आंसर। या 3 दी पावर 1 भी लिख सकते हैं 3 भी लिख सकते हैं क्योंकि घातन के रूप च दर्शान लिखे तो असी 3 दी पावर 1 भी लिख सकते हैं। नेक्स्ट इसे टाइप 7th पार्ट। 7th पार्ट 2 दी पावर 0 मल्टीप्लाई बाय 3 दी पावर 0 मल्टीप्लाई बाय 4 दी पावर 0। हुण इत्थे देखो ਇਹ ਪਹਿਲਾਂ ਸੀਗੇ ਇਹੀ ਕੁਐਸਚਨ ਸੀ ਉੱਥੇ ਪਲੱਸ ਸਾਈਨ ਸੀਗਾ। ਹੁਣ ਕਿਹੜਾ ਸਾਈਨ ਹੈ ਮਲਟੀਪਲੀਕੇਸ਼ਨ ਦਾ ਸਾਈਨ ਹੈ। ਹੁਣ ਇਸ ਨੂੰ ਅਸੀਂ ਦੋ ਤਰੀਕੇ ਨਾਲ ਸੋਲਵ ਕਰ ਸਕਦੇ ਹਾਂ। ਕੁਐਸਚਨ ਦੇਖੋ ਕਿਵੇਂ ਕਰ ਸਕਦੇ ਹਾਂ 2 ਦੀ ਪਾਵਰ 0 ਕਿਹਦੇ ਬਰਾਬਰ ਹੁੰਦਾ ਹੈ 1 ਦੇ ਬਰਾਬਰ ਮਲਟੀਪਲਾਈ ਬਾय 3 ਦੀ ਪਾਵਰ 0 ਕੀ ਹੁੰਦਾ ਹੈ 1 ਦੇ ਬਰਾਬਰ ਮਲਟੀਪਲਾਈ ਬਾय 4 ਦੀ ਪਾਵਰ 0 ਕਿਹਦੇ ਬਰਾਬਰ ਹੁੰਦਾ ਹੈ
1 ਦੇ ਬਰਾਬਰ ਤਾਂ 1 ਗੁਣਾ 1 ਗੁਣਾ 1 ਆਨਸਰ ਕੀ ਆ ਗਿਆ 1। ਇੱਥੇ ਅਸੀਂ ਰੂਲ ਕਿਹੜਾ ਲਗਾਇਆ a ਦੀ ਪਾਵਰ 0 ਬਰਾਬਰ ਹੁੰਦਾ ਹੈ 1 ਦੇ, ਤਾਂ ਹਰੇਕ ਜਿਹਦੀ ਪਾਵਰ 0 ਉਸ ਨੂੰ ਮੈਂ 1 ਲਿਖੀ ਗਿਆ, ਵਿਚਕਾਰ ਉਹੀ ਵਾਲੇ ਸਾਈਨ ਪਾਈ ਗਿਆ, ਤਾਂ 1 ਗੁਣਾ 1 ਗੁਣਾ 1 ਤਾਂ ਆਨਸਰ ਕੀ ਆ ਗਿਆ 1। ਸੋ ਅੱਜ ਦਾ ਲਾਸਟ ਕੁਐਸਚਨ ਕਰਾਂਗੇ ਅਸੀਂ 8th ਪਾਰਟ। ਕੀ ਹੈ 3 ਦੀ ਪਾਵਰ 0 plus 2 ਦੀ ਪਾਵਰ 0, 3 ਦੀ ਪਾਵਰ 0 plus 2 ਦੀ ਪਾਵਰ 0 ਮਲਟੀਪਲਾਈ ਬਾय 5 ਦੀ ਪਾਵਰ 0। ਸਿੰਪਲ ਦੇਖੋ 3 ਦੀ ਪਾਵਰ 0 ਕਿਸ ਦੇ ਬਰਾਬਰ ਹੁੰਦੀ ਹੈ 1 ਦੇ, प्लस 2 ਦੀ ਪਾਵਰ 0 ਕਿਸ ਦੇ ਬਰਾਬਰ ਹੁੰਦੀ ਹੈ 1 ਦੇ, ਇਹ ਬ੍ਰੈਕਟ ਹੈ, ਬ੍ਰੈਕਟ ਸੋਲਵ ਕਰਾਂਗੇ ਮਲਟੀਪਲਾਈ ਬਾय 5 ਦੀ ਪਾਵਰ 0 ਇਹ ਵੀ 1 ਦੇ ਬਰਾਬਰ ਹੁੰਦੀ ਹੈ। ਤਾਂ 1 plus 1 ਅਸੀਂ ਰੂਲ ਕੀ ਲਗਾਇਆ ਇੱਥੇ a ਦੀ ਪਾਵਰ 0 ਬਰਾਬਰ ਹੁੰਦੀ ਹੈ ਹਮੇਸ਼ਾ 1 ਦੇ, ਤਾਂ 1 plus 1 ਹੋ ਗਿਆ 2, 2 ਮਲਟੀਪਲਾਈ ਬਾय 1 ਤਾਂ ਆਨਸਰ ਸਾਡੇ ਕੋਲ ਕੀ ਆ ਗਿਆ। ਸੋ ਇਸ ਤਰ੍ਹਾਂ ਇਹਨਾਂ ਕੁਐਸਚਨਸ ਨੂੰ ਅਸੀਂ ਸਟੈਪ ਬਾय ਸਟੈਪ ਹੌਲੀ ਹੌਲੀ ਕਰਕੇ ਬੜੇ ਆਰਾਮ ਨਾਲ ਰੂਲਸ ਨੂੰ ਅਪਲਾਈ ਕਰਕੇ ਸੋਲਵ ਕਰ ਸਕਦੇ ਹਾਂ। ਸੋ